ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 507 ਤੋਂ ਲੈ ਕੇ 509 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਗੂਜਰੀ ਵਿੱਚ ਸ਼ੁਰੂ ਹੋ ਰਹੀ ਹੈ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਗੂਜਰੀ ਮਹੱਲਾ ਪੰਜਵਾਂ, ਘਰ ਦੂਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਜਨ ਮਹਿ ਤੂੰ ਰਾਜਾ ਕਹੀਐ, ਪੂਮਨ ਮਹਿ ਪੂਮਾ, ਠਾਕੁਰ ਮਹਿ ਠਕੁਰਾਈ ਤੇਰੀ, ਕੋਮਨ ਸਿਰ ਕੋਮਾ। ਪਿਤਾ ਮੇਰੋ ਵੱਡੋ ਤਨੀ ਅਗਮਾ, ਉਸਤਤ ਕਵਨ ਕਹੀਜੈ, ਕਰਤੇ ਪੇਖ ਰਹੇ ਬਿਸਮਾ ਰਹਾਓ। ਉਸਤਤ ਕਵਨ ਕਰੀਜੈ, ਕਰਤੇ ਪੇਖ ਰਹੇ ਬਿਸਮਾ ਰਹਾਓ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ, ਹੇ ਪਰਮੇਸ਼ਰ ਜੀ, ਤੂੰ ਸਾਰੇ ਰਾਜਿਆਂ ਨਾਲੋਂ ਵੱਡਾ ਰਾਜਾ ਹੈ। ਤੂੰ ਸਾਰੇ ਜ਼ਿਮੀਂਦਾਰਾਂ ਨਾਲੋਂ ਵੱਡਾ ਜ਼ਿਮੀਂਦਾਰ ਹੈ। ਸਾਰੇ ਮਾਲਕਾਂ ਨਾਲੋਂ ਵੱਡਾ ਮਾਲਕ ਹੈ। ਸਭ ਨਾਲੋਂ ਉੱਚੀ ਕੁੱਲ ਤੇਰੀ ਹੈ। ਕਹਿੰਦੇ ਤੂੰ ਮੇਰਾ ਪਿਤਾ ਸਭ ਤੋਂ ਵੱਡਾ ਧਨੀ ਹੈ ਅਤੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੇਰੇ ਤੱਕ ਸਾਡੀ ਪਹੁੰਚ ਨਹੀਂ ਹੋ ਸਕਦੀ। ਕਹਿੰਦੇ ਤੇਰੀ ਕਿਹੜੀ ਕਿਹੜੀ ਅਸੀਂ ਵਡਿਆਈ ਕਰੀਏ, ਕਿਹੜੇ ਕਿਹੜੇ ਗੁਣ ਗਾਈਏ। ਕਹਿੰਦੇ ਅਸੀਂ ਤੇ ਤੇਰੇ ਕੌਤਕ ਦੇਖ ਕੇ ਅਸਚਰਜਮਈ ਹੋ ਰਹੇ ਹਾਂ। ਸੁਖੀਅਨ ਮਹਿ ਸੁਖੀਆ ਤੂੰ ਕਹੀਐ, ਦਾਤਨ ਸਿਰ ਦਾਤਾ, ਤੇਜਨ ਮਹਿ ਤੇਜਵੰਸੀ ਕਹੀਐ, ਰਸੀਅਨ ਮਹਿ ਰਾਤਾ। ਕਹਿੰਦੇ ਸਾਰੇ ਸੁਖੀ ਲੋਕਾਂ 'ਚੋਂ ਸਭ ਤੋਂ ਜ਼ਿਆਦਾ ਸੁਖੀ ਤੂੰ ਹੈ। ਸਭ ਤੋਂ ਵੱਡਾ ਦਾਤਾ ਦੇਣ ਵਾਲਾ, ਦਾਤਾਂ ਦੇਣ ਵਾਲਾ ਦਾਤਾ ਸਾਰਿਆਂ 'ਚੋਂ ਤੂੰ ਹੈ। ਸਭ ਤੋਂ ਵੱਡਾ ਤੇਜ ਪ੍ਰਤਾਪ ਤੇਰਾ ਹੈ। ਸਭ ਤੋਂ ਜ਼ਿਆਦਾ ਜਿਸ ਨੇ ਰਸ ਭੋਗਿਆ ਹੈ ਉਹ ਤੂੰ ਹੈ। ਸੂਰਨ ਮੈਂ ਸੂਰਾ ਤੂੰ ਕਹੀਐ, ਭੋਗਨ ਮਹਿ ਭੋਗੀ, ਗ੍ਰਹਿਸਤਨ ਮੈਂ ਤੂੰ ਵੱਡੋ ਗ੍ਰਹਿਸਤੀ, ਜੋਗਨ ਮਹਿ ਜੋਗੀ। ਸਾਰੇ ਸੂਰਮਿਆਂ 'ਚੋਂ ਕਹਿੰਦੇ ਤੂੰ ਵੱਡਾ ਸੂਰਮਾ ਹੈ। ਭੋਗ ਭੋਗਣ ਵਾਲਿਆਂ 'ਚੋਂ ਸਭ ਤੋਂ ਵੱਡਾ ਭੋਗੀ ਹੈ। ਸਾਰੇ ਗ੍ਰਹਿਸਤੀਆਂ ਦੇ ਵਿੱਚੋਂ ਤੂੰ ਵੱਡਾ ਗ੍ਰਹਿਸਤੀ ਹੈ। ਸਾਰੇ ਜੋਗੀਆਂ ਵਿੱਚੋਂ ਤੂੰ ਵੱਡਾ ਜੋਗੀ ਹੈ, ਕਿਉਂਕਿ ਸਾਰਿਆਂ ਦੇ ਵਿੱਚ ਤੂੰ ਆਪ ਹੈ। ਕਰਤਨ ਮਹਿ ਤੂੰ ਕਰਤਾ ਕਹੀਐ, ਆਚਰਨ ਮਹਿ ਆਚਾਰੀ, ਸਾਹਨ ਮਹਿ ਤੂੰ ਸਾਚਾ ਸਾਹਾ, ਵਾਪਾਰਨ ਮਹਿ ਵਾਪਾਰੀ। ਕਹਿੰਦੇ ਸਭ ਤੋਂ ਵੱਡੀ ਸ੍ਰਿਸ਼ਟੀ ਦੀ ਰਚਨਾ ਤੂੰ ਕੀਤੀ ਹੈ। ਤੂੰ ਸਭ ਤੋਂ ਵੱਡਾ ਕਰਨ ਵਾਲਾ ਹੈ, ਸਭ ਤੋਂ ਉੱਚੇ ਆਚਰਨ ਵਾਲਾ ਹੈ, ਸਭ ਤੋਂ ਵੱਡਾ ਸ਼ਾਹ ਹੈ, ਸਭ ਤੋਂ ਵੱਡਾ ਵਪਾਰੀ ਹੈ, ਕਿਉਂਕਿ ਸਾਰਿਆਂ ਦੇ ਵਿੱਚ ਬੈਠ ਕੇ ਤੂੰ ਆਪ ਸਾਰੇ ਕੰਮ ਕਰ ਰਿਹਾ ਹੈ। ਦਰਬਾਰਨ ਮਹਿ ਤੇਰੋ ਦਰਬਾਰਾ, ਸਰਨ ਪਾਲਨ ਟੀਕਾ, ਲਖਮੀ ਕੇਤਕ ਗਨੀ ਨ ਜਾਈਐ, ਗਨ ਨਾ ਸਕੂੰ ਸੀਕਾ। ਸਾਰਿਆਂ ਨਾਲੋਂ ਕਹਿੰਦੇ ਵੱਡਾ ਦਰਬਾਰ ਤੇਰਾ ਹੈ। ਸਾਰਿਆਂ ਨਾਲੋਂ ਸ਼ਰਨ ਆਏ ਦੀ ਰੱਖਿਆ ਕਰਨ ਵਾਲਾ ਤੂੰ ਹੈ। ਕਹਿੰਦੇ ਤੇਰੇ ਕਹਿੰਦੇ ਘਰ ਵਿੱਚ ਕਿੰਨੀ ਕੁ ਦੌਲਤ ਹੈ, ਅਸੀਂ ਗਿਣ ਨਹੀਂ ਸਕਦੇ। ਤੇਰੇ ਘਰ ਦੀ ਲੱਛਮੀ ਅਸੀਂ ਗਿਣ ਨਹੀਂ ਸਕਦੇ। ਕਹਿੰਦੇ ਨਾਮਨ ਮੈਂ ਤੇਰੋ ਪ੍ਰਭ ਨਾਮਾ, ਗਿਆਨਨ ਮਹਿ ਗਿਆਨੀ, ਜੁਗਤਨ ਮਹਿ ਤੇਰੀ ਪ੍ਰਭ ਜੁਗਤਾ, ਇਸਨਾਨਨ ਮਹਿ ਇਸਨਾਨੀ। ਕਹਿੰਦੇ ਸਭ ਤੋਂ ਵੱਡੇ ਨਾਮਣੇ ਵਾਲਾ, ਸਭ ਤੋਂ ਵੱਡਾ ਗਿਆਨੀ, ਸਭ ਤੋਂ ਚੰਗੀ ਜੀਵਨ ਜੁਗਤ ਵਾਲਾ, ਸਭ ਤੋਂ ਵੱਡਾ ਸੁੱਚਮ ਵਾਲਾ ਤੂੰ ਹੈ ਪਰਮਾਤਮਾ। ਕਹਿੰਦੇ ਤੇਰੇ ਤੋਂ ਉੱਪਰ ਕਿਸੇ ਚੀਜ਼ ਵਿੱਚ ਵੀ ਕੋਈ ਹੋਰ ਨਹੀਂ ਗਾ। ਸਿੱਧਨ ਮਹਿ ਤੇਰੀ ਪ੍ਰਭ ਸਿੱਧਾ, ਕਰਮਨ ਸਿਰ ਕਰਮਾ, ਆਗਿਆ ਮੈਂ ਤੇਰੀ ਪ੍ਰਭ ਆਗਿਆ, ਹੁਕਮਨ ਸਿਰ ਹੁਕਮਾ।
ਸਭ ਤੋਂ ਵੱਡੀਆਂ ਸਿੱਧੀਆਂ ਕਹਿੰਦੇ ਹੇ ਪਰਮੇਸ਼ਰ ਜੀ ਤੇਰੇ ਕੋਲ ਨੇ। ਸਭ ਤੋਂ ਵੱਡਾ ਉਦਮ ਤੇਰੇ ਕੋਲ ਹੈ। ਸਭ ਤੋਂ ਵੱਡਾ ਇਖਤਿਆਰ ਤੇਰੇ ਕੋਲ ਹੈ। ਸਭ ਤੋਂ ਵੱਡਾ ਹੁਕਮ ਤੇਰਾ ਹੈ। ਸਭ ਕੁਛ ਜੋ ਹੈ ਪਰਮਾਤਮਾ ਦਾ ਸਭ ਤੋਂ ਵੱਡਾ ਹੈ। ਜਿਉਂ ਬੁਲਾਵੈ ਤਿਉਂ ਬੋਲੋ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਕਹਿੰਦੇ ਹੇ ਪਰਮੇਸ਼ਰ ਜੀ ਸਾਡੇ ਜੀਵਾਂ ਦੀ ਕੀ ਕਹਿੰਦੇ ਹੈ, ਮਤਲਬ ਕਹਿੰਦੇ ਨੇ ਸਾਡੇ ਜੀਵਾਂ ਦੇ ਕੀ ਹੱਥ ਵੱਸ ਹੈ ਕਿ ਅਸੀਂ ਕੁਛ ਬੋਲ ਦਈਏ। ਜੋ ਤੁਸੀਂ ਸਾਡੇ ਤੋਂ ਬੁਲਾ ਰਹੇ ਹੋ ਅਸੀਂ ਉਹੀ ਬੋਲ ਰਹੇ ਹਾਂ। ਕਹਿੰਦੇ ਸਾਧ ਸੰਗਤ ਦੇ ਵਿੱਚ ਨਾਨਕ ਨੇ ਪਰਮੇਸ਼ਰ ਜੀ ਦਾ ਜਸ ਗਾਇਆ ਹੈ, ਪਰਮੇਸ਼ਰ ਜੀ ਦੀ ਸਿਫਤ ਸਲਾਹ ਕੀਤੀ ਹੈ, ਜੋ ਪਰਮੇਸ਼ਰ ਨੂੰ ਬਹੁਤ ਹੀ ਪਿਆਰੀ ਹੈ। ਸਾਧ ਸੰਗਤ ਵੀ ਤੇ ਸਿਫਤ ਸਲਾਹ ਵੀ, ਇਹ ਪਰਮੇਸ਼ਰ ਦੀ ਖੇਡ ਹੈ। ਗੁਜਰੀ ਮਹੱਲਾ ਪੰਜਵਾਂ, ਘਰ ਚੌਥਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਨਾਥ ਨਰ ਹਰ ਦੀਨ ਬੰਦਵ, ਪਤਿਤ ਪਾਵਨ ਦੇਵ। ਪੈਤ ਰਾਸ ਨਾਸ ਕਿਰਪਾਲ ਗੁਣ, ਨਿਧ ਸਫਲ ਸੁਆਮੀ ਸੇਵ। ਹਰ ਗੋਪਾਲ ਗੁਰ ਗੋਬਿੰਦ, ਚਰਨ ਸਰਣ ਦਿਆਲ ਕੇਸਵ। ਤਾਰ ਜਗ ਭਵ ਸਿੰਧ ਰਹਾਓ। ਕਹਿੰਦੇ ਹੇ ਪਰਮੇਸ਼ਰ ਜੀ, ਹੇ ਮਾਲਕ ਜੀ, ਹੇ ਦੀਨਾਂ ਦੀ ਰੱਖਿਆ ਕਰਨ ਵਾਲੇ, ਹੇ ਕਹਿੰਦੇ ਵਿਕਾਰੀਆਂ ਨੂੰ, ਜਿਹੜੇ ਵਿਕਾਰਾਂ ਵਾਲੇ ਨੇ, ਪਤਿਤ ਨੇ ਉਹਨਾਂ ਨੂੰ ਪਾਵਨ ਕਰਨ ਵਾਲੇ, ਹੇ ਆਪਣੇ ਪ੍ਰਕਾਸ਼ ਵਾਲੇ, ਹੇ ਸਾਡੇ ਡਰ ਦੂਰ ਕਰਨ ਵਾਲੇ, ਹੇ ਕਿਰਪਾਲੂ ਪ੍ਰਭੂ ਜੀ, ਹੇ ਗੁਣਾਂ ਦੇ ਖਜ਼ਾਨੇ। ਕਹਿੰਦੇ ਤੁਹਾਡੀ ਜਿਹੜੀ ਸੇਵਾ ਭਗਤੀ ਹੈ ਉਹ ਸਫਲ ਹੈ ਕਰਨੀ, ਉਹਦੇ ਨਾਲ ਮਨੁੱਖ ਦਾ ਜੀਵ ਦਾ ਜੀਵਨ ਸਫਲ ਹੋ ਜਾਂਦਾ ਹੈ। ਹੇ ਧਰਤੀ ਦੇ ਪਾਲਣਹਾਰ, ਹੇ ਜੀਵਾਂ ਦੀ ਪਾਲਣਾ ਕਰਨ ਵਾਲੇ, ਕਹਿੰਦੇ ਸਾਨੂੰ ਤੁਹਾਡੀ ਦਿਆਲ ਪ੍ਰਭੂ ਜੀ ਸ਼ਰਨ ਆਏ ਹਾਂ। ਕੇਸਵ ਪ੍ਰਭੂ ਜੀ ਤੁਹਾਡੀ ਸ਼ਰਨ ਆਏ ਹਾਂ, ਸਾਨੂੰ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਆਪ ਹੀ ਤਾਰ ਲਵੋ। ਕਾਮ ਕ੍ਰੋਧ ਹਰਨ, ਮਦ ਮੋਹ ਦਹਨ, ਮੁਰਾਰ ਮਨ ਮਕਰੰਦ। ਜਨਮ ਮਰਨ ਨਿਵਾਰ ਧਰਣੀ ਤਰ, ਪਤ ਰਾਖ ਪਰਮਾਨੰਦ। ਕਹਿੰਦੇ ਹੇ ਪਰਮੇਸ਼ਰ ਜੀ ਤੁਸੀਂ ਆਪ ਹੀ ਜੀਵਾਂ ਦੇ ਕਾਮ ਕ੍ਰੋਧ ਮੋਹ ਖਤਮ ਕਰਨ ਵਾਲੇ ਹੋ, ਜੀਵਾਂ ਨੂੰ ਆਪਣੇ ਨਾਮ ਦਾ ਰਸ ਦੇਣ ਵਾਲੇ ਹੋ। ਸਾਡਾ ਜਨਮ ਮਰਨ ਦਾ ਚੱਕਰ ਆਵਾਗਮਨ ਦਾ ਖਤਮ ਕਰ ਦਿਓ ਹੇ ਧਰਤੀ ਦੇ ਰਾਖੇ। ਸਾਡੀ ਕਹਿੰਦੇ ਹੇ ਪਰਮੇਸ਼ਰ ਜੀ ਜੋ ਤੁਸੀਂ ਆਨੰਦ ਦੇ ਸੋਮੇ ਹੋ, ਤੁਹਾਡੇ ਦਰ 'ਤੇ ਆਏ ਆ, ਦਰ ਆਇਆਂ ਦੀ ਕਹਿੰਦੇ ਇੱਜ਼ਤ ਤੁਸੀਂ ਰੱਖੋ। ਜਲਤ ਅਨੇਕਤ ਰੰਗ ਮਾਇਆ, ਗੁਰ ਗਿਆਨ ਹਰ ਰਿਦਮੰਤ। ਛੇਦ ਅਹੰ ਬੁੱਧ ਕਰੁਣਾ ਮੈਂ, ਚਿੰਤ ਮੇਠ ਪੁਰਖ ਅਨੰਤ। ਕਹਿੰਦੇ ਹੇ ਪਰਮੇਸ਼ਰ ਜੀ ਅਸੀਂ ਜੀਵ ਮਾਇਆ ਦੀਆਂ ਅਨੇਕਾਂ ਲਹਿਰਾਂ ਦੇ ਵਿੱਚ ਕਹਿੰਦੇ ਅਸੀਂ ਸੜ ਰਹੇ ਹਾਂ। ਗੁਰੂ ਦੇ ਗਿਆਨ ਦੇ ਰਾਹੀਂ, ਗੁਰੂ ਦੇ ਮੰਤਰ ਦੇ ਰਾਹੀਂ ਤੁਸੀਂ ਸਾਡਾ ਇਹ ਦੁੱਖ ਦੂਰ ਕਰੋ। ਕਹਿੰਦੇ ਤੁਸੀਂ ਹੀ ਜੀਵਾਂ ਦਾ ਕਹਿੰਦੇ ਹੰਕਾਰ ਖਤਮ ਕਰੋ। ਹੇ ਕਹਿੰਦੇ ਕਰੁਣਾ ਮੈਂ, ਹੇ ਕਹਿੰਦੇ ਦਿਆਲੂ ਪਰਮਾਤਮਾ ਜੀ, ਜਿਨ੍ਹਾਂ ਦੇ ਅੰਦਰ ਕਰੁਣਾ ਹੈ, ਤੁਹਾਡੇ ਅੰਦਰ ਦਇਆ ਹੈ ਜੀਵਾਂ ਦੇ ਲਈ, ਤੁਸੀਂ ਹੀ ਕਹਿੰਦੇ ਸਾਡੀ ਇਸ ਤਰ੍ਹਾਂ ਦੀ ਚਿੰਤਾ ਖਤਮ ਕਰੋ ਜਿਹਦਾ ਕੋਈ ਅੰਤ ਨਹੀਂ ਹੈ। ਤੁਸੀਂ ਕਹਿੰਦੇ ਅਨੰਤ ਪਰਮੇਸ਼ਰ ਜੀ ਹੋ, ਤੁਹਾਡੇ ਹੱਥ ਵੱਸ ਸਭ ਕੁਛ ਹੈ, ਤੁਸੀਂ ਹੀ ਜੀਵਾਂ ਦੀ ਰੱਖਿਆ ਕਰੋ। ਸਿਮਰ ਸਮਰੱਥ ਪਲ ਮਹੂਰਤ, ਪ੍ਰਭ ਧਿਆਨ ਸਹਿਜ ਸਮਾਦ। ਦੀਨ ਦਿਆਲ ਪ੍ਰਸੰਨ ਪੂਰਨ, ਜਾਚੀਐ ਰਜ ਸਾਧ। ਕਹਿੰਦੇ ਉਹ ਪਰਮੇਸ਼ਰ ਜੀ ਜਿਹਦਾ ਧਿਆਨ ਰੱਖਿਆ, ਜਿਹਨੂੰ ਚੇਤੇ 'ਚ ਵਸਾਇਆ, ਜੀਵ ਅਡੋਲਤਾ ਵਿੱਚ ਰਹਿੰਦਾ ਹੈ। ਕਹਿੰਦੇ ਹਰ ਪਲ ਉਸ ਪਰਮੇਸ਼ਰ ਦਾ ਮੈਂ ਨਾਮ ਸਿਮਰਾਂ।
ਹੇ ਕਹਿੰਦੇ ਦੀਨਾਂ ਦੀ ਰੱਖਿਆ ਕਰਨ ਵਾਲੇ ਦਿਆਲ ਪ੍ਰਭੂ ਜੀ, ਅਸੀਂ ਤੁਹਾਡੇ ਕੋਲੋਂ ਹਮੇਸ਼ਾ ਤੁਹਾਡੇ ਸਾਧਾਂ ਦੀ ਚਰਨ ਧੂੜ ਮੰਗੀਏ ਕਹਿੰਦੇ, ਕਿਉਂਕਿ ਉਸ ਚਰਨ ਧੂੜ ਦੇ ਰਾਹੀਂ ਹੀ ਪਰਮੇਸ਼ਰ ਦੇ ਨਾਮ ਦੀ ਪ੍ਰੀਤ ਪੈਂਦੀ ਆ। ਮੋਹ ਮਿਥਨ ਦੁਰੰਤ ਆਸਾ, ਬਾਸਨਾ ਵਿਕਾਰ, ਰੱਖ ਧਰਮ ਪਰਮ ਵਿਦਾਰ, ਮਨ ਤੇ ਉਦਰ ਹਰ ਨਿਰੰਕਾਰ। ਕਹਿੰਦੇ ਹੇ ਪਰਮੇਸ਼ਰ ਜੀ, ਸਾਡੇ ਕੋਲੋਂ ਮੋਹ ਦਾ, ਆਸਾ ਤ੍ਰਿਸ਼ਨਾ ਦਾ, ਵਿਕਾਰਾਂ ਦੇ ਸਾਡੇ ਸਾਰੇ ਇਹ ਔਗਣ ਦੂਰ ਕਰ ਦਿਓ ਕਹਿੰਦੇ, ਅਸੀਂ ਆਪਣਾ ਧਰਮ ਨਿਭਾ ਸਕੀਏ, ਸਾਡੇ ਅੰਦਰੋਂ ਭਰਮ ਖਤਮ ਕਰ ਦਿਓ। ਹੇ ਪਰਮੇਸ਼ਰ ਜੀ, ਸਾਡੇ ਮਨ ਨੂੰ ਸਵੱਛ ਕਰ ਦਿਓ ਤਾਂ ਕਿ ਅਸੀਂ ਇਹ ਸੰਸਾਰ ਸਾਗਰ ਨੂੰ ਤਰ ਸਕੀਏ। ਧਨਾੜ ਆੜ ਭੰਡਾਰ ਹਰ ਨਿਧ, ਹੋਤ ਜਿਨਾ ਨਾ ਚੀਰ, ਖਲ ਮੁਗਦ ਮੂੜ ਕਠਾਖੈ, ਸ੍ਰੀ ਤਰ ਪਏ ਗੁਣ ਮਤ ਤੀਰ। ਕਹਿੰਦੇ ਹੇ ਪਰਮੇਸ਼ਰ ਜੀ, ਤੁਸੀਂ ਸਭ ਕੁਝ ਕਰਨ ਕਾਰਨ ਸਮਰੱਥ ਹੋ। ਜਿਹਦੇ ਕੋਲ ਕਹਿੰਦੇ ਇੱਕ ਲੀਰ ਨਹੀਂ ਹੁੰਦੀ ਤਨ ਨੂੰ ਢੱਕਣ ਦੇ ਲਈ, ਤੁਸੀਂ ਉਹਨੂੰ ਸਭ ਤੋਂ ਜ਼ਿਆਦਾ ਅਮੀਰ ਕਰ ਦਿੰਦੇ ਹੋ, ਇੰਨਾ ਧਨਾੜ ਉਹ ਬਣ ਜਾਂਦਾ। ਤੁਸੀਂ ਕਹਿੰਦੇ ਇੱਕ ਜੋ ਕੋਈ ਬਹੁਤ ਹੀ ਮੂਰਖ ਹੁੰਦਾ, ਤੁਸੀਂ ਉਹਨੂੰ ਬਹੁਤ ਗਿਆਨਵਾਨ ਬਣਾ ਦਿੰਦੇ ਹੋ, ਉਹਦੇ ਵਿੱਚ ਧੀਰਜ ਆ ਜਾਂਦਾ, ਉਹਦੇ ਵਿੱਚ ਗੁਣ ਆ ਜਾਂਦੇ ਨੇ। ਇਹ ਸਭ ਕੁਝ ਤੁਸੀਂ ਕਰਨ ਕਾਰਨ ਸਮਰੱਥ ਹੋ। ਜੀਵਨ ਮੁਕਤ ਜਗਦੀਸ਼ ਜਪ ਮਨ, ਧਾਰ ਰਿਦ ਪ੍ਰਤੀਤ, ਜੀ ਦਿਆ ਮਿਆ ਸਰਬਤਰ, ਰਮਨ ਪਰਮ ਹੰਸ ਰੀਤ। ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪ, ਉਸ ਪਰਮੇਸ਼ਰ ਦੇ ਲਈ ਮਨ ਦੇ ਵਿੱਚ ਸ਼ਰਧਾ ਲਿਆ, ਫਿਰ ਤੈਨੂੰ ਜੀਵਨ ਦੇ ਵਿੱਚ ਮੁਕਤੀ ਮਿਲ ਜਾਊਗੀ। ਉਸ ਪਰਮੇਸ਼ਰ ਦਾ ਨਾਮ ਸਿਮਰਨ ਕਰ, ਜਿਹਦੀ ਪਰਮਹੰਸ ਵਾਲੀ ਰੀਤ ਬਣ ਜਾਂਦੀ ਹੈ। ਜੋ ਜੀਵ ਪਰਮੇਸ਼ਰ ਦਾ ਸਿਮਰਨ ਕਰਦੇ ਨੇ, ਉਹਨਾਂ ਦੀ ਜੀਵਨ ਜੁਗਤ ਪਰਮਹੰਸ ਵਰਗੀ ਬਣ ਜਾਂਦੀ ਹੈ। ਫਿਰ ਉਹ ਜੀਵ ਦੂਜਿਆਂ ਜੀਵਾਂ 'ਤੇ ਦਇਆ ਕਰਦੇ ਨੇ। ਦੇਤ ਦਰਸ਼ਨ ਸਰਵਨ ਹਰ ਜਸ, ਰਸਨ ਨਾਮ ਉਚਾਰ, ਅੰਗ ਸੰਗ ਭਗਵਾਨ ਪਰਸਨ, ਪ੍ਰਭ ਨਾਨਕ ਪਤਿਤ ਉਧਾਰ। ਕਹਿੰਦੇ ਪਰਮੇਸ਼ਰ ਆਪ ਹੀ ਜੀਵਾਂ ਨੂੰ ਆਪਣੇ ਦਰਸ਼ਨ ਦੇਣ ਵਾਲਾ, ਕੰਨਾਂ ਨੂੰ ਸਿਫਤ ਸਲਾਹ ਸੁਣਨ ਦੀ ਜਾਚ ਦੇਣ ਵਾਲਾ, ਰਸਨਾ ਨੂੰ ਨਾਮ ਉਚਾਰਨ ਦੀ ਜਾਚ ਦੇਣ ਵਾਲਾ ਹੈ। ਪਰਮੇਸ਼ਰ ਨੂੰ ਕਹਿੰਦੇ ਹਮੇਸ਼ਾ ਅੰਗ ਸੰਗ ਅਨੁਭਵ ਕਰੋ। ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਜੀ ਜੋ ਕਹਿੰਦੇ ਪਤਿਤ ਨੂੰ ਇੱਕ ਪਲ ਵਿੱਚ ਪੁਨੀਤ ਕਰ ਦਿੰਦੇ ਨੇ। ਉਹ ਪਰਮੇਸ਼ਰ ਜੀ ਕਹਿੰਦੇ ਜਿਹਦੇ ਦੀਦਾਰ ਕੀਤਿਆਂ ਪਤਿਤ ਪਾਵਨ ਹੋ ਜਾਂਦੇ ਨੇ। ਉਸ ਪਰਮੇਸ਼ਰ ਨੂੰ ਹਮੇਸ਼ਾ ਅੰਗ ਸੰਗ ਜਾਣੋ। ਵਾਹਿਗੁਰੂ ਜੀ, ਵਾਹਿਗੁਰੂ ਜੀ। ਗੁਜਰੀ ਕੀ ਵਾਰ ਮਹੱਲਾ ਤੀਜਾ, ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਹਾਂਜੀ ਸੰਗਤ ਜੀ, ਇੱਥੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਗੁਜਰੀ ਕੀ ਵਾਰ ਸ਼ੁਰੂ ਹੋ ਰਹੀ ਹੈ। ਅਤੇ ਜਿਹੜੇ ਢਾਡੀ ਵੀਰ ਗਾਉਂਦੇ ਨੇ ਜਾਂ ਜਿਹੜੇ ਕੀਰਤਨੀਏ ਵੀਰ ਗਾਉਂਦੇ ਨੇ, ਉਹਨਾਂ ਨੂੰ ਹੈ ਹਦਾਇਤ ਸਿਕੰਦਰ ਬਿਰਾਹਿਮ ਦੀ ਵਾਰ 'ਤੇ ਗਾਉਣੀ। ਉਸ ਸਮੇਂ ਇਹ ਕੋਈ ਵਾਰ ਪ੍ਰਚਲਿਤ ਸੀ ਸੂਰਮਿਆਂ ਦੀ। ਅਤੇ ਫਿਰ ਗੁਰੂ ਸਾਹਿਬਾਨ ਨੂੰ ਹੁੰਦਾ ਸੀ ਕਿ ਜਦੋਂ ਜਿਹੜੇ ਜੀਵ ਨੇ ਉਹ ਸਮਾਜ ਦੇ ਵਿੱਚ ਪ੍ਰਚਲਿਤ ਚੀਜ਼ ਨੂੰ ਸੁਣ ਰਹੇ ਨੇ, ਫਿਰ ਗੁਰਬਾਣੀ ਨੂੰ ਵੀ ਇਹਦੇ ਆਧਾਰ 'ਤੇ ਸੁਣਨਗੇ ਤਾਂ ਉਹਨਾਂ ਨੂੰ ਜ਼ਿਆਦਾ ਲਾਭ ਹੋਏਗਾ, ਕਿਉਂਕਿ ਫਿਰ ਉਹਨਾਂ ਦਾ ਮਨ ਗੁਰਬਾਣੀ ਵਿੱਚ ਵੀ ਭਿੱਜੇਗਾ ਕਿ ਪਹਿਲਾਂ ਤੋਂ ਇਸ ਲੈਅ ਨੂੰ ਸੁਣਨ ਵਿੱਚ ਗਿੱਝੇ ਹੋਏ ਨੇ। ਸ਼ਲੋਕ ਮਹੱਲਾ ਤੀਜਾ। ਇਹ ਜਗਤ ਮਮਤਾ ਮੂਆ, ਜੀਵਨ ਕੀ ਬਿਦ ਨਾਹੇ, ਗੁਰ ਕੈ ਭਾਣੈ ਜੋ ਚੱਲੈ, ਤਾਂ ਜੀਵਨ ਪਦਵੀ ਪਾਹੇ। ਕਹਿੰਦੇ ਇਹ ਸੰਸਾਰ ਮਮਤਾ ਦੇ ਵਿੱਚ ਗਲਤਾਨ ਹੈ। ਗ੍ਰਹਿਸਤ ਦੀ ਮਮਤਾ, ਮਾਇਆ ਦੀ ਮਮਤਾ, ਕਹਿੰਦੇ ਇਹਨੂੰ ਜੀਵਨ ਦੀ ਜਿਹੜੀ ਅਸਲੀਅਤ ਹੈ ਕਿ ਜੀਵਨ ਕਿਸ ਤਰ੍ਹਾਂ ਜਿਉਣਾ, ਉਹ ਇਹਨੂੰ ਵਿਧੀ ਭੁੱਲ ਗਈ ਹੈ।
ਪਰ ਜਿਹੜੇ ਜੀਵ ਗੁਰੂ ਦੀ ਰਜ਼ਾ ਵਿੱਚ ਚੱਲਦੇ ਨੇ ਉਹ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲੈਂਦੇ ਨੇ। ਓਏ ਸਦਾ ਸਦਾ ਜਨ ਜੀਵ ਤੇ ਜੋ ਹਰ ਚਰਣੀ ਚਿਤ ਲਾਹੇ, ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹੇ। ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੇ ਚਰਨਾਂ ਨਾਲ ਪ੍ਰੀਤ ਪਾ ਲੈਂਦੇ ਨੇ ਉਹ ਸਦਾ ਜੀਵਨ ਮੁਕਤ ਨੇ, ਉਹਨਾਂ ਨੂੰ ਵਿਕਾਰਾਂ ਤੋਂ ਮਾਇਆ ਤੋਂ ਸਭ ਤੋਂ ਛੁਟਕਾਰਾ ਮਿਲ ਜਾਂਦਾ। ਕਹਿੰਦੇ ਨਾਨਕ ਜੀ ਕਹਿੰਦੇ ਨੇ ਜਿਸ ਜੀਵ 'ਤੇ ਪਰਮੇਸ਼ਰ ਦੀ ਮਿਹਰ ਹੁੰਦੀ ਆ ਉਹ ਗੁਰੂ ਦੇ ਸਨਮੁਖ ਰਹਿ ਕੇ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ। ਮਹੱਲਾ ਤੀਜਾ। ਅੰਦਰ ਸਹਸਾ ਦੁੱਖ ਹੈ, ਆਪੇ ਸਿਰ ਧੰਦੈ ਮਾਰ, ਦੂਜੇ ਪਾਏ ਸੁੱਤੇ ਕਵੇ ਨ ਜਾਗੈ, ਮਾਇਆ ਮੋਹ ਪਿਆਰ। ਕਹਿੰਦੇ ਜਿਹੜੇ ਜੀਵ ਸੰਸਾਰ ਦੇ ਧੰਦਿਆਂ ਵਿੱਚ ਰੁੱਝੇ ਨੇ ਉਹਨਾਂ ਦੇ ਅੰਦਰ ਹਮੇਸ਼ਾ ਸਹਿਮ ਰਹਿੰਦਾ, ਸਹਿਮ ਦਾ ਦੁੱਖ ਬਣਿਆ ਰਹਿੰਦਾ। ਕਹਿੰਦੇ ਉਹ ਕਹਿੰਦੇ ਮਾਇਆ ਦੇ ਪਿਆਰ ਦੇ ਵਿੱਚ ਸੁੱਤੇ ਹੋਏ ਪਰਮੇਸ਼ਰ ਦਾ ਨਾਮ ਜਪਣ ਵੱਲ ਕਦੇ ਨਹੀਂ ਜਾਗਦੇ, ਵਿਕਾਰਾਂ ਵੱਲੋਂ ਕਦੇ ਨਹੀਂ ਜਾਗਦੇ। ਨਾਮ ਨ ਚੇਤੈ ਸ਼ਬਦ ਨਾ ਵਿਚਾਰੈ, ਇਹ ਮਨ ਮੁਖ ਕਾ ਆਚਾਰ, ਹਰ ਨਾਮ ਨ ਪਾਇਆ ਜਨਮ ਬਿਰਥਾ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ। ਕਹਿੰਦੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹ ਪਰਮੇਸ਼ਰ ਦਾ ਨਾਮ ਕਦੇ ਨਹੀਂ ਜਪਦੇ, ਗੁਰੂ ਦੇ ਸ਼ਬਦ ਦੀ ਕਦੇ ਵਿਚਾਰ ਨਹੀਂ ਕਰਦੇ। ਪਰਮੇਸ਼ਰ ਦਾ ਨਾਮ ਨਾ ਧਿਆਉਣ ਕਰਕੇ ਉਹ ਆਪਣਾ ਮਨੁੱਖਾ ਜਨਮ ਬਿਰਥਾ ਗਵਾ ਜਾਂਦੇ ਨੇ। ਫਿਰ ਉਹਨਾਂ ਨੂੰ ਮੌਤ ਦਾ ਸਹਿਮ ਬਣਿਆ ਰਹਿੰਦਾ, ਆਤਮਿਕ ਮੌਤ ਹਮੇਸ਼ਾ ਉਹਨਾਂ ਨੂੰ ਘੇਰਦੀ ਆ। ਪੌੜੀ। ਆਪਣਾ ਆਪ ਉਪਾਇਨ, ਤਦਹੋਂ ਹੋਰ ਨ ਕੋਈ, ਮਤਾ ਮਸੂਰਤ ਆਪ ਕਰੇ, ਜੋ ਕਰੇ ਸੋ ਹੋਈ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਜਦੋਂ ਪਰਮੇਸ਼ਰ ਨੇ ਅਜੇ ਕਿਸੇ ਚੀਜ਼ ਦੀ ਰਚਨਾ ਨਹੀਂ ਸੀ ਕੀਤੀ ਉਦੋਂ ਪਰਮੇਸ਼ਰ ਆਪ ਹੀ ਆਪ ਸੀ। ਪਰਮੇਸ਼ਰ ਨੇ ਕਦੇ ਕਿਸੇ ਦੀ ਸਲਾਹ ਨਹੀਂ ਲਈ। ਪਰਮੇਸ਼ਰ ਜੋ ਕਰਮ ਕਰਦੇ ਨੇ ਆਪਣੇ ਖੁਦ ਦੀ ਸਲਾਹ ਨਾਲ, ਕਦੇ ਕਿਸੇ ਦੀ ਸਲਾਹ ਪਰਮੇਸ਼ਰ ਨੂੰ ਲੈਣ ਦੀ ਲੋੜ ਨਹੀਂ। ਤਦੋਂ ਆਕਾਸ ਨਾ ਪਾਤਾਲ ਹੈ, ਨਾ ਤਰੈ ਲੋਈ, ਤਦੋਂ ਆਪੇ ਆਪ ਨਿਰੰਕਾਰ ਹੈ, ਨਾ ਓਪਤ ਹੋਈ। ਜਿਉ ਤਿਸ ਭਾਵੈ ਤਿਵੇਂ ਕਰੇ, ਤਿਸ ਬਿਨ ਅਵਰ ਨ ਕੋਈ। ਕਹਿੰਦੇ ਜਦੋਂ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਕੀਤੀ ਅਜੇ ਪਰਮੇਸ਼ਰ ਨੇ, ਉਦੋਂ ਨਾ ਕੋਈ ਆਕਾਸ਼ ਸੀ, ਨਾ ਪਾਤਾਲ ਸੀ, ਨਾ ਇਹ ਤਿੰਨੇ ਲੋਕ ਸੀਗੇ। ਉਦੋਂ ਸਿਰਫ ਨਿਰੰਕਾਰ ਆਪ ਹੀ ਸੀ, ਅਜੇ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਹੋਈ। ਕਹਿੰਦੇ ਪਰਮੇਸ਼ਰ ਨੂੰ ਜਿਸ ਤਰ੍ਹਾਂ ਚੰਗਾ ਲੱਗਦਾ ਉਸ ਤਰ੍ਹਾਂ ਪਰਮੇਸ਼ਰ ਆਪਣੇ ਕਾਰਜ ਕਰਦੇ ਨੇ। ਪਰਮੇਸ਼ਰ ਤੋਂ ਬਿਨਾਂ ਸੰਸਾਰ ਵਿੱਚ ਕਰਨ ਵਾਲਾ ਹੋਰ ਕੋਈ ਨਹੀਂ ਹੈ। ਇਹ ਆਪਾਂ ਸੰਗਤ ਜੀ ਬਹੁਤ ਵਾਰ ਆਪਾਂ ਇਹ ਸੁਣਦੇ ਹਾਂ, ਪੜ੍ਹਦੇ ਹਾਂ ਬਾਣੀ ਦੇ ਵਿੱਚ ਵੀ ਜੋ ਕੁਛ ਹੋ ਰਿਹਾ ਹੈ ਉਹ ਪਰਮੇਸ਼ਰ ਕਰ ਰਿਹਾ ਹੈ, ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਨਹੀਂ। ਇਹ ਪਹਿਲ ਸਾਨੂੰ ਇਹ ਗੱਲ ਸਮਝ ਲੱਗਣੀ ਮੁਸ਼ਕਿਲ ਹੋ ਜਾਂਦੀ ਆ, ਪਰ ਜਦੋਂ ਉਹਦਾ ਨਾਮ ਜਪਿਆ ਹੌਲੀ ਹੌਲੀ ਪਰਮੇਸ਼ਰ ਥੋੜ੍ਹੀ ਸੋਝੀ ਦਿੰਦੇ ਨੇ ਨਾ, ਫਿਰ ਇਹ ਚੀਜ਼ਾਂ ਅਨੁਭਵ ਹੁੰਦੀਆਂ ਨੇ ਕਿ ਉਸ ਪਰਮੇਸ਼ਰ ਤੋਂ ਬਿਨਾਂ ਕੁਛ ਹੁੰਦਾ ਦਿਖਾਈ ਨਹੀਂ ਦਿੰਦਾ। ਜਦੋਂ ਵੀ ਕੁਛ ਕੰਮ ਹੁੰਦਾ ਤਾਂ ਉਹਦੇ ਪਿੱਛੇ ਦਿਸ ਰਿਹਾ ਹੁੰਦਾ ਕਿ ਪਰਮੇਸ਼ਰ ਕਰ ਰਿਹਾ। ਇਹ ਫਿਰ ਹੌਲੀ ਹੌਲੀ ਜੀਵਨ ਦੇ ਵਿੱਚ ਇਹ ਭੇਦ ਖੁੱਲ੍ਹਦੇ ਨੇ ਪਰਮੇਸ਼ਰ ਵੱਲੋਂ, ਜਦੋਂ ਜੀਵ ਨਾਮ ਦੀ ਕਮਾਈ ਕਰਕੇ ਪਰਮੇਸ਼ਰ ਦੇ ਨਿਕਟ ਪਹੁੰਚਦੇ ਨੇ। ਪਰਮੇਸ਼ਰ ਨਾਲ ਜਿਵੇਂ ਜਿਵੇਂ ਜੀਵ ਦੀ ਅਭੇਦਤਾ ਹੁੰਦੀ ਜਾਂਦੀ ਆ ਨਾ, ਇਹ ਰਾਜ ਖੁੱਲ੍ਹਦੇ ਜਾਂਦੇ ਨੇ। ਪਰਮੇਸ਼ਰ ਤੋਂ ਬਿਨਾਂ ਕੰਮ ਹੁੰਦਾ ਦਿਸਦਾ ਨਹੀਂ ਕੋਈ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਲਈਏ ਕਿ ਹੁਣ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਆਪਣੇ ਹੱਥ ਪੈਰ ਕੰਮ ਕਰ ਰਹੇ ਨੇ, ਕੁਛ ਕਿੱਧਰ ਜਾਣਾ, ਕੁਛ ਕਰਨਾ, ਇਹ ਕਰ ਰਿਹਾ ਦਿਸਦੇ ਨੇ ਨਾ, ਪਰ ਪਿੱਛੇ ਇਹਨਾਂ ਤੋਂ ਕੋਈ ਕਰਵਾ ਰਿਹਾ। ਉੱਪਰੋਂ ਇਹਨਾਂ ਨੂੰ ਸਾਡੇ
ਦਿਮਾਗ ਤੋਂ ਸਭ ਮਿਲਦੀ ਹੈ ਨਾ ਹਦਾਇਤ, ਉਸ ਹਿਸਾਬ ਨਾਲ ਕਰ ਰਹੇ ਨੇ। ਇਹੀ ਪਰਮੇਸ਼ਰ ਦਾ। ਜੀਵ ਕੰਮ ਕਰਦੇ ਦਿਸ ਰਹੇ ਨੇ, ਪਰ ਉੱਪਰ ਜੋ ਕਰਵਾ ਰਿਹਾ ਉਹ ਕੋਈ ਹੋਰ ਆ। ਇਹ ਹੌਲੀ ਹੌਲੀ ਭੇਦ ਖੁੱਲ੍ਹਦੇ ਨੇ ਜਦੋਂ ਨਾਮ ਦੀ ਕਮਾਈ ਹੁੰਦੀ ਆ, ਪਰਮੇਸ਼ਰ ਦੀ ਰਹਿਮਤ ਹੁੰਦੀ ਆ, ਫਿਰ ਜੀਵ ਦੇਖ ਲੈਂਦਾ ਕਿ ਤੂੰ ਹੀ ਤੂੰ, ਤੂੰ ਹੀ ਤੂੰ। ਫਿਰ ਕੁਛ ਮੂੰਹ ਚੋਂ ਨਹੀਂ ਨਿਕਲਦਾ, ਫਿਰ ਕੁਛ ਦਿਮਾਗ 'ਚ ਭਰਮ ਨਹੀਂ ਰਹਿ ਜਾਂਦਾ। ਸਭ ਜਗ੍ਹਾ ਪਰਮੇਸ਼ਰ, ਹਰ ਇੱਕ ਵਿੱਚ ਪਰਮੇਸ਼ਰ, ਸਭ ਕੁਛ ਕਰਨ ਵਾਲਾ ਪਰਮੇਸ਼ਰ। ਇੱਕ ਛੋਟੇ ਤੋਂ ਛੋਟਾ ਕੰਮ ਜੀਵ ਨਹੀਂ ਕਰ ਸਕਦਾ। ਸਾਡੇ ਹੱਥ ਪੈਰ ਦੀ ਕੀ ਮਜਾਲ, ਦਿਮਾਗ ਦੀ ਜਦੋਂ ਤੱਕ ਨਹੀਂ ਮਿਲਦੀ ਤਾਕੀਦ ਕਿ ਕੀ ਕਰਨਾ। ਇਸ ਤਰ੍ਹਾਂ ਜੀਵ ਆ, ਸਭ ਕੁਛ ਪਰਮੇਸ਼ਰ ਕਰਵਾ ਰਹੇ ਨੇ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ, ਪਰਮੇਸ਼ਰ ਜੀ ਆਪ ਦੀ ਧੁਰਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।